सत श्री अकाल, स्वागत है। गौरव शुक्ला मैं हां तुहाडे नाल हाज़र हां खबर जो मुद्दा बने लैके। अज खबर जो मुद्दा बने दे विच गल सड़क ते उतरे गृह कलेश दी करांगे। एक तस्वीर मोहाली दी तां दूजी भिवानी दी जो समाजिक ताने बाणे नूं तार-तार करदी नजर आउंदी है। चंडीगढ़ तो भी शर्मसार करन वालियां अजिहियां तस्वीरां सामने आईयां ने जो दिन पर मुद्दा बणीआं रहियां। शुरुआत करन जा रहे मोहाली तो जिथे एक रेड वजी ਅਤੇ देखते ही देखते यह रेड हाई वोल्टेज ड्रामे ਦੇ ਵਿੱਚ ਤਬਦੀਲ ਹੋ ਗਈ। दरअसल ਇਹ रेड ਇੱਕ ਪਤਨੀ ਦੇ ਵੱਲੋਂ ਮਾਰੀ ਗਈ, ਉਹ ਵੀ ਹੋਟਲ ਦੇ ਕਮਰੇ ਦੇ ਵਿੱਚ ਕਿਸੇ ਹੋਰ ਮਹਿਲਾ ਦੇ ਨਾਲ ਬੈਠੇ ਆਪਣੇ ਪਤੀ ਉੱਤੇ। ਜੋ ਇੱਕ ਪੁਲਿਸ ਮੁਲਾਜ਼ਮ ਹੈ, ਇਸ ਮਹਿਲਾ ਵੱਲੋਂ ਆਪਣੇ ਪਤੀ ਤੇ ਕਈ ਗੰਭੀਰ ਇਲਜ਼ਾਮ ਵੀ ਲਗਾਏ ਜਾ ਰਹੇ ਨੇ। क्या बात है वे जट्टा, क्या बात है। वैसे तो लाइना एक मशहूर गाने दिया ने, पर मोहाली च जो होया उस घटना ते भी एकदम फिट बैठ दिया ने। जी हां, सही सुनिया तुसी। मामला की आखिर होया कि ਇਹ ਮਹਿਲਾ ਇੰਨੇ ਗੁੱਸੇ ਦੇ ਵਿੱਚ ਕਿਉਂ ਹੈ, ਸਭ ਦੱਸ ਦਿਆਂ। ਪਹਿਲਾਂ ਜ਼ਰਾ ਇਹਨਾਂ ਤਸਵੀਰਾਂ ਨੂੰ ਦੇਖੋ ਜਿਨ੍ਹਾਂ 'ਚ ਕੈਦ ਹੋਇਆ ਹੈ ਹਾਈ ਵੋਲਟੇਜ ਡਰਾਮਾ। दरअसल ਇਹ ਤਸਵੀਰਾਂ ਇੱਕ ਰੇਡ ਦੀਆਂ ਨੇ। ਰੇਡ ਪੁਲਿਸ ਜਾਂ ਐਕਸਾਈਜ਼ ਵਿਭਾਗ ਦੇ ਵੱਲੋਂ ਨਹੀਂ, ਇੱਕ ਪਤਨੀ ਦੇ ਵੱਲੋਂ ਮਾਰੀ ਗਈ, ਉਹ ਵੀ ਆਪਣੇ ਕਾਂਸਟੇਬਲ ਪਤੀ ਉੱਤੇ। मामला मोहाली दा है, जिथे इस महिला ने उसके पति तरनजीत सिंह नूं किसी होर महिला दे नाल एक होटल दे कमरे च रंगे हथी फड़ लिया अते उन्हां दे नाल कुटमार भी कीती। महिला दा इल्जाम है कि उसका पति बिना उसनूं तलाक दिते किसी होर महिला दे नाल रह रहा है अते आखिरकार उसने इन्हां दोनों नूं होटल दे इस कमरे च रंगे हथी फड़ ही लिया। इल्जाम ने कि जदों तो उसका विआह होया उसनूं तंग परेशान किया जाता है। इल्जाम तो इस महिला वालों पुलिस ते भी लगाए जा रहे हैं कि उसके पति खिलाफ कार्रवाई ना करन दे क्योंकि वो खुद एक पुलिस मुलाजम है। पहला ਹੁਣ ਉਹ ਕਹਿ ਰਿਹਾ ਕਿ ਮੈਂ ਇੰਟੈਲੀਜੈਂਸ ਵਿੰਗ ਵਿੱਚ ਡਿਊਟੀ ਕਰਦਾ। ਕੀ ਨਾਮ ਕੀ ਹੈ? ਤਰਨਜੀਤ ਸਿੰਘ 1385 ਬੈਲਟ ਨੰਬਰ ਇਹਨਾਂ ਦਾ। ਅੱਜ ਕੁੜੀ ਦੇ ਨਾਲ ਹੋਟਲ ਵਿੱਚ ਗਏ, ਹਾਥੀ ਪੁਲਿਸ ਨਾਲ ਫੜ ਕੇ ਲੈ ਕੇ ਆਇਆ 112 ਨੰਬਰ ਔਰ ਗੱਡੀ ਵਿੱਚ ਬਿਠਾ ਕੇ ਲੈ ਕੇ ਆਇਆ ਜਿਹੜੀਆਂ ਪੀਸੀਐਸ ਵਾਲੀਆਂ ਗੱਡੀਆਂ ਚੱਲਦੀਆਂ ਨੇ। ਇਹ ਮਾਮਲਾ ਉਸ ਵੇਲੇ ਹੋਰ ਗਰਮਾ ਗਿਆ ਜਦੋਂ ਤਰਨਜੀਤ ਦੀ ਮਹਿਲਾ ਮਿੱਤਰ ਵੱਲੋਂ ਥਾਣੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਪਰ ਪੀੜਤ ਮਹਿਲਾ ਤੇ ਉਸਦੇ ਪਰਿਵਾਰ ਨੇ ਉਸ ਨੂੰ ਕਾਬੂ ਕਰ ਲਿਆ। इल्जाम ने कि खुद पुलिस वालों इस महिला नूं भजाउण दी कोशिश की गई सी। दो तीन दिन तो नोटिस कर रही सी, होटल दे विच सी, मैनूं जांदे होए तो देख लिया। उस तो बाद उस तो बाद मैं 112 नंबर ते कॉल करी, पुलिस वाले सर आए तो कहंदे तुहानूं एक पेज थाना लगदा है ते सानूं इत्थे लिआया गया। ਇਹ ਕਹਿੰਦੇ ਤੁਸੀਂ ਰਿਟਨ ਚ ਲਿਖ ਕੇ ਕੰਪਲੇਂਟ ਕਰੋ, ਤੁਹਾਡੀ ਤਾਂ ਹੀ ਕਾਰਵਾਈ ਸੁਣੀ ਜਾਊਗੀ ਤੇ ਉਹਨਾਂ ਟਾਈਮ ਅਸੀਂ ਨਾ ਤਾਂ ਕੁਝ ਨਹੀਂ ਕਰ ਸਕਦੇ, ਅਸੀਂ ਨਾ ਛੱਡ ਕੇ ਭਜਾ ਰਹੇ ਨੇ। ਪੁਲਿਸ ਵਾਲੇ ਅੰਦਰ ਕਹਿੰਦੇ ਤੁਸੀਂ ਜਾਓ, ਸਾਨੂੰ ਵੀ ਬਾਹਰ ਕੱਢ ਦਿੱਤਾ ਧੱਕੇ ਮਾਰ ਕੇ। ਹੁਣ ਗੱਲ ਪੁਲਿਸ ਦੀ, ਜਿਨ੍ਹਾਂ ਤੇ ਇਸ ਮਹਿਲਾ ਵੱਲੋਂ ਕਈ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ। ਪੁਲਿਸ ਦਾ ਕਹਿਣਾ ਹੈ ਕਿ ਪਤੀ ਪਤਨੀ ਦੋਵਾਂ ਵੱਲੋਂ ਲਿਖਿਤ ਸ਼ਿਕਾਇਤ ਮਿਲੀ ਹੈ, ਮਾਮਲੇ ਦੀ ਜਾਂਚ ਜਾਰੀ ਹੈ। ਇਹ ਮਾਮਲਾ ਪੂਰਾ ਫਿਲਮੀ ਹੈ, ਪਰ ਕਹਾਣੀ ਦਾ ਅਸਲੀ ਵਿਲਨ ਕੌਣ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਫ਼ ਹੋਵੇਗਾ ਅਤੇ ਮਾਮਲੇ 'ਚ ਜਾਂਚ ਕੀਤੇ ਜਾਣ ਦਾ ਦਾਅਵਾ ਵੀ ਕੀਤਾ ਹੀ ਜਾ ਰਿਹਾ ਹੈ। मोहाली तो मनोज राठी, न्यूज़ 18 पंजाब। अगली खबर गुआंढी सूबे हरियाणा तो है, जिथे भिवानी तो इंतकाम दियां कुछ तस्वीरां सामने आईयां ने जिन्हां नूं देखण तो बाद हर कोई हैरान रह गया। इत्थे कुछ लड़कियां एक महिला दी जान दी दुश्मन बन गईयां ते यह सब कुछ शुरू होया एक मंदिर तो। पेश है एक खास रिपोर्ट। ये तस्वीरां बदले दिया ने, इंतकाम दिया ने।
ਇਹ ਤਸਵੀਰਾਂ ਅਜਿਹੀਆਂ ਨੇ ਜਿਨ੍ਹਾਂ ਨੂੰ ਧੁੰਦਲੀਆਂ ਕਿਤੇ ਬਿਨਾਂ ਅਸੀਂ ਤੁਹਾਨੂੰ ਦਿਖਾ ਵੀ ਨਹੀਂ ਸਕਦੇ। ਪਰ ਇਹਨਾਂ ਧੁੰਦਲੀਆਂ ਤਸਵੀਰਾਂ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ 4-5 ਕੁੜੀਆਂ ਅਤੇ ਮਹਿਲਾਵਾਂ ਇਸ ਮਹਿਲਾ ਦੇ ਖੂਨ ਦੀਆਂ ਪਿਆਸੀਆਂ ਹੋ ਗਈਆਂ ਨੇ। ਇਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੀਆਂ ਨੇ। ਮਹਿਲਾ ਚੀਖ ਰਹੀ ਹੈ, ਚਿल्ला ਰਹੀ ਹੈ, ਮਦਦ ਮੰਗ ਰਹੀ ਹੈ, ਪਰ ਕਿਸੇ ਨੂੰ ਤਰਸ ਨਹੀਂ ਆ ਰਿਹਾ। ਲਗਾਤਾਰ ਉਸ ਤੇ ਲਾਠੀ ਡੰਡਿਆਂ ਨਾਲ ਵਾਰ ਕੀਤੇ ਜਾ ਰਹੇ ਨੇ ਅਤੇ ਇਸ ਪੂਰੇ ਹੰਗਾਮੇ ਦੀ ਸ਼ੁਰੂਆਤ ਉਸ ਥਾਂ ਤੋਂ ਹੋਈ ਜਿੱਥੇ ਲੋਕ ਸ਼ਾਂਤੀ ਦੀ ਭਾਲ ਦੇ ਵਿੱਚ ਜਾਂਦੇ ਨੇ, ਇੱਕ ਮੰਦਿਰ ਤੋਂ। ਇਹ ਸਭ ਹੋਇਆ ਭਿਵਾਨੀ ਦੇ ਬਾਮਲਾ ਪਿੰਡ 'ਚ, ਜਿੱਥੇ ਗੁੰਡਾਗਰਦੀ ਦੀਆਂ ਦੋ ਵੱਖ-ਵੱਖ ਘਟਨਾਵਾਂ ਵਾਪਰੀਆਂ, ਜਿਨ੍ਹਾਂ 'ਚ ਮਹਿਲਾਵਾਂ ਨੇ ਹੀ ਇੱਕ ਦੂਜੇ ਤੇ ਜਾਨਲੇਵਾ ਹਮਲਾ ਕੀਤਾ। ਦਰਅਸਲ ਪਿੰਡ ਦੇ ਮੰਦਿਰ 'ਚ ਢੋਲ ਵਜਾਉਣ ਨੂੰ ਲੈ ਕੇ ਸੰਤੋਸ਼ ਅਤੇ ਅਨੀਤਾ ਨਾਮ ਦੀਆਂ ਦੋ ਮਹਿਲਾਵਾਂ ਝਗੜਾ ਹੋ ਗਿਆ। ਗੱਲ ਹੱਥੋਂ ਪਾਈ ਤੱਕ ਪਹੁੰਚ ਗਈ ਅਤੇ ਅਨੀਤਾ ਨਾਮ ਦੀ ਮਹਿਲਾ ਨੇ ਸੰਤੋਸ਼ ਦੇ ਸਿਰ ਤੇ ਲੋਹੇ ਦੇ ਸਰੀਏ ਨੇ ਇੱਕ ਤੋਂ ਬਾਅਦ ਇੱਕ ਕਈ ਵਾਰ ਕੀਤੇ ਅਤੇ ਪੁਲਿਸ ਨੇ ਮੁਲਜ਼ਮ ਮਹਿਲਾ ਤੇ ਉਸਦੇ ਪਤੀ ਖਿਲਾਫ ਮਾਮਲਾ ਦਰਜ ਵੀ ਕਰ लिया है। गांव बावला में बुधवारी माता का मंदिर है, उसमें दिन के समय काफ़ी औरतें कीर्तन भजन करती हैं। वहीं पर एक संतोष नाम की महिला थी जो मटका का जो अपने ढोल बनाते हैं उसको बजा रही थी और कीर्तन कर रहे थे। उसी दौरान अनीता नाम की औरत आई और उससे कहने लगे कि ये मैं बजाऊंगी। तो इसी बात को लेकर उनकी तू मैं हो गई और अनीता नाम की औरत ने उस मटका का जो ढोल बनाया था उसको उठा करके वहीं पे तोड़ दिया और फिर संतोष नाम की औरत है उसके साथ सरिये से काफ़ी पिटाई की, काफ़ी चोटें मारी, जो पीजीआई रोहतक में है, आज भी उपचाराधीन है। पर यह मामला इत्थे खत्म नहीं होया। इस तो बाद शुरू होंदी है बदले दी कहानी। अपनी मां ते होए हमले दा बदला लैण दे लई उस दियां धीआं अते एक होर महिला अनीता नाम दी मुलਜ਼ਮ महिला ते लाठी डंडियां दे नाल हमला कर दिंदियां ने ਅਤੇ ਫਿਰ ਜੋ ਕੁਝ ਹੋਇਆ ਉਹ ਤੁਹਾਡੀ ਟੀਵੀ ਸਕਰੀਨ ਤੇ ਹੈ। ਫਿਲਹਾਲ ਪੁਲਿਸ ਨੇ ਦੋਵੇਂ ਧਿਰਾਂ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਹੈ। संतोष के परिवारजनों ने अनीता को अपने माँ के मारने पर या अपने परिवार के सदस्य के मारने पर बदला लेने की नीयत से उन्होंने उसके साथ मारपिटाई की है। वो भी उपचाराधीन भिवानी में है। दोनों की तरफ से मुकदमा दर्ज कर लिया गया है। जैसे ही उनके हॉस्पिटल से छुट्टी मिलेगी डॉक्टर से ओपिनियन लेकर आगामी कार्रवाई की जाएगी। संतोष के बयान पर अनीता और उसके पति के खिलाफ पर्चा दर्ज किया गया है और अनीता के बयान पर उनकी 3 लड़की और उनके एक महिला और है उनके खिलाफ पर्चा दर्ज किया गया है। ਇਲਜ਼ਾਮ ਨੇ ਕਿ ਇਹਨਾਂ ਲੜਕੀਆਂ ਦੀ ਮਾਂ ਦੇ ਨਾਲ ਜੋ ਹੋਇਆ ਗਲਤ ਸੀ, ਪਰ ਇਹਨਾਂ ਨੂੰ ਵੀ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ ਦਾ ਹੱਕ ਆਖਿਰ ਕਿਸ ਨੇ ਦਿੱਤਾ। ਫਿਲਹਾਲ ਦੋਵੇਂ ਮਹਿਲਾਵਾਂ ਜ਼ੇਰੇ ਇਲਾਜ ਨੇ ਤੇ ਮਾਮਲੇ ਦੀ ਜਾਂਚ ਜਾਰੀ ਹੈ। ਭਿਵਾਨੀ ਤੋਂ ਜਗਬੀਰ ਕਣਕਸ, ਨਿਊਜ਼ 18 ਪੰਜਾਬ। ਗੱਲ ਕਰਾਂਗੇ ਚੰਡੀਗੜ੍ਹ ਪੁਲਿਸ ਦੇ ਅਜਿਹੇ ਇੰਸਪੈਕਟਰ ਦੀ ਜੋ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ, ਜਿਸ ਨੂੰ ਅਹੁਦੇ ਦੇ ਮਾਣ ਮਰਿਆਦਾ ਦਾ ਭੋਰਾ ਵੀ ਖਿਆਲ ਨਾ ਰਿਹਾ, ਜਿਸ ਤੋਂ ਇੱਕ ਸੂਬੇਦਾਰ ਦਾ ਪਰਿਵਾਰ ਇੰਨਾ ਤੰਗ ਆ ਚੁੱਕਾ ਹੈ ਕਿ ਖੁਦਕੁਸ਼ੀ ਕਰਨ ਦੀ ਇਜਾਜ਼ਤ ਮੰਗ ਰਿਹਾ ਹੈ। ਤਸਵੀਰਾਂ ਚੰਡੀਗੜ੍ਹ ਪੁਲਿਸ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਵਾਲੀਆਂ ਨੇ, ਵੱਡਿਆਂ ਨੂੰ ਭਾਜੜਾਂ ਪਾਉਣ ਵਾਲੀਆਂ ਨੇ, ਪੁਲਿਸ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਨ ਵਾਲੀਆਂ ਨੇ। ਜ਼ਰਾ ਗੌਰ ਨਾਲ ਦੇਖੋ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ। ਤਸਵੀਰਾਂ 'ਚ ਨਜ਼ਰ ਆ ਰਹੇ ਜਨਾਬ ਚੰਡੀਗੜ੍ਹ ਪੁਲਿਸ 'ਚ ਇੰਸਪੈਕਟਰ ਦੇ ਅਹੁਦੇ ਤੇ ਤੈਨਾਤ ਨੇ। ਨਾਮ ਹੈ ਗੁਰਨਾਮ ਸਿੰਘ, ਪਰ ਕਰਤੂਤਾਂ ਅਜਿਹੀਆਂ ਕਿ ਇੰਸਪੈਕਟਰ ਕਹਾਉਣ ਦੇ ਕਾਬਿਲ ਨਹੀਂ। ਜਿੱਥੇ ਬਿਜਲੀ ਚੋਰੀ ਕਰਨਾ ਸਭ ਤੋਂ ਵੱਡਾ ਜੁਰਮ ਮੰਨਿਆ ਜਾਂਦਾ ਹੈ, ਪਰ ਇਹ ਜਨਾਬ ਸ਼ਾਨ ਦੇ ਨਾਲ ਬਿਜਲੀ ਚੋਰੀ ਕਰ ਰਹੇ ਨੇ। ਇੰਸਪੈਕਟਰ ਦੀ ਇਹ ਹਰਕਤ ਇੱਥੇ ਤੱਕ ਹੀ ਸੀਮਿਤ ਨਹੀਂ। ਗੁਰਨਾਮ ਸਿੰਘ ਦੀ ਅਜਿਹੀ ਹਰਕਤ ਕੈਮਰੇ 'ਚ ਕੈਦ ਹੋਈ ਹੈ ਜੋ ਅਸੀਂ ਤੁਹਾਨੂੰ ਪੂਰੀ ਤਰ੍ਹਾਂ ਦਿਖਾ ਵੀ ਨਹੀਂ ਸਕਦੇ।
ਜਿਸ ਵੱਲੋਂ ਸ਼ਰਾਬ ਦੇ ਨਸ਼ੇ 'ਚ ਸ਼ਰੇਆਮ ਅਸ਼ਲੀਲ ਹਰਕਤਾਂ ਕੀਤੇ ਜਾਣ ਦਾ ਵੀ ਇਲਜ਼ਾਮ ਹੈ ਤੇ ਅਜਿਹੀਆਂ ਹਰਕਤਾਂ ਗੁਆਂਢ 'ਚ ਰਹਿੰਦੇ ਸੂਬੇਦਾਰ ਤੇ ਉਸਦੇ ਪਰਿਵਾਰ ਦੇ ਲਈ ਪਰੇਸ਼ਾਨੀ ਦਾ ਸਬਬ ਬਣੀਆਂ ਹੋਈਆਂ ਨੇ। मैं प्रेमनाथ हाउस नंबर 3080/1 में रहता हूँ। मेरे बगल में 3079/1 में इंस्पेक्टर गुरनाम सिंह रहता है। उसने मेरे कैमरे कभी खोल देता है, कभी वो शराब पी के गालियाँ देता है, कभी अश्लील हरकतें करता है। हम उससे इतने परेशान आ गए हैं, 4-5 दिन से हमारे घर में खाना नहीं बना। हमने रिपोर्ट भी दे दी है, लेकिन रिपोर्ट पे अभी तक कोई एक्शन नहीं हुआ। 48 आवर्स हो गया है और हम इतने दुखी आ गए हैं, हम बाहर नहीं निकल सकते, अंदर नहीं बैठ सकते। 50 किस्म की बीमारियां हमें लगी हुई हैं। मैं 67 एज ओल्ड मैन हूँ और मैं आर्मी से रिटायर्ड हूँ। और मुझे जब से मैं आया हूँ, जब से ये कोई ना कोई पंगे हमारे ऊपर डालता रहता, तंग करता हमारे। ਸੂਬੇਦਾਰ ਪ੍ਰੇਮਨਾਥ ਤੇ ਉਸਦੀ ਪਤਨੀ ਨੇ ਐਸਐਸਪੀ ਅੱਗੇ ਗੁਹਾਰ ਲਗਾਉਂਦੇ ਹੋਏ ਦੱਸਿਆ ਹੈ ਕਿ ਉਹ ਚੰਡੀਗੜ੍ਹ ਦੇ ਸੈਕਟਰ 47 ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਗੁਆਂਢ ਦੇ ਵਿੱਚ ਹੀ ਇੰਸਪੈਕਟਰ ਗੁਰਨਾਮ ਸਿੰਘ ਰਹਿੰਦਾ ਹੈ ਜੋ ਸ਼ਰੇਆਮ ਬਿਜਲੀ ਚੋਰੀ ਕਰਦਾ ਹੈ, ਸ਼ਰਾਬ ਦੇ ਨਸ਼ੇ 'ਚ ਅਸ਼ਲੀਲ ਹਰਕਤਾਂ ਕਰਦਾ ਹੈ ਤੇ ਜਦੋਂ ਉਸ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਅੱਗੋਂ ਗਾਲੀ ਗਲੋਚ ਵੀ ਕਰਦਾ ਹੈ। ਸੀਸੀਟੀਵੀ ਕੈਮਰੇ ਤੱਕ ਤੋੜ ਦਿੰਦਾ ਹੈ। ਪਹਿਲਾਂ ਵੀ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਪਰ ਕੋਈ ਕਾਰਵਾਈ ਨਹੀਂ ਹੋਈ। ਸੂਬੇਦਾਰ ਤੇ ਉਸਦੀ ਪਤਨੀ ਇੰਸਪੈਕਟਰ ਦੀਆਂ ਹਰਕਤਾਂ ਤੋਂ ਇਸ ਹੱਦ ਤੱਕ ਤੰਗ ਆ ਚੁੱਕੇ ਨੇ ਕਿ ਦੋਵਾਂ ਨੇ ਖੁਦਕੁਸ਼ੀ ਕਰਨ ਦੀ ਇਜਾਜ਼ਤ ਮੰਗੀ ਹੈ। कैमरे नहीं लगाने, कैमरे हटाओ। और ये अश्लील आके कैमरे के आगे अश्लील हरकतें करता है, कभी कैमरे की तार निकाल देता है। हम बड़े परेशान आ गए हैं। अभी आप ही बताओ, अगर इन्होंने ये काम पुलिस ने इनके ऊपर एक्शन नहीं लिया, अभी तक 48 आवर हो गया, हम दोनों आदमी आत्महत्या कर लेंगे अगर इन्होंने एक्शन नहीं लिया तो। मैं बहुत दुखी आ गया हूँ, मैं इसलिए ऐसे बोल रहा हूँ। अब हमारी अंत हो गया है, हम बहुत दुखी आ चुके हैं। ਇੱਕ ਇੰਸਪੈਕਟਰ ਪੂਰੀ ਚੰਡੀਗੜ੍ਹ ਪੁਲਿਸ ਨੂੰ ਸ਼ਰਮਸਾਰ ਕਰ ਰਿਹਾ ਹੈ ਪਰ ਇਸ ਦੇ ਬਾਵਜੂਦ ਕੋਈ ਵੀ ਕਾਰਵਾਈ ਨਹੀਂ ਕੀਤੇ ਜਾਣ ਦੇ ਇਲਜ਼ਾਮ ਨੇ। ਵੈਸੇ ਤਾਂ ਚੰਡੀਗੜ੍ਹ ਪੁਲਿਸ ਨੂੰ ਸਖਤ ਸੁਭਾਅ ਤੇ ਨਿਯਮਾਂ ਦੀ ਪੱਕੀ ਹੋਣ ਦੇ ਪੱਖ ਤੋਂ ਜਾਣਿਆ ਜਾਂਦਾ ਹੈ ਪਰ ਹੁਣ ਇੰਸਪੈਕਟਰ ਦੀਆਂ ਹਰਕਤਾਂ ਤੇ ਚੰਡੀਗੜ੍ਹ ਪੁਲਿਸ ਦੀ ਜ਼ੁਬਾਨ ਨੂੰ ਤਾਲਾ ਕਿਉਂ ਲੱਗ ਗਿਆ ਤੇ ਸਿੱਧਾ ਸਵਾਲ ਹੈ ਕਿ ਇਸ ਪੀੜਤ ਜੋੜੇ ਨੂੰ ਇਨਸਾਫ ਕਦੋਂ ਤੇ ਕਿਵੇਂ ਮਿਲੇਗਾ। ਚੰਡੀਗੜ੍ਹ ਤੋਂ ਮਨੋਜ ਰਾਠੀ, ਨਿਊਜ਼ 18 ਪੰਜਾਬ। ਜੇਕਰ ਤੁਸੀਂ ਸਰਕਾਰੀ ਸਕੀਮ ਦੇ ਤਹਿਤ ਅਨਾਜ ਲੈਂਦੇ ਹੋ ਤਾਂ ਸਾਵਧਾਨ ਹੋ ਜਾਓ। ਇਹ ਖਬਰ ਤੁਹਾਡੇ ਲਈ ਬੇहद ਜ਼ਰੂਰੀ ਹੈ ਕਿਉਂਕਿ ਹੋ ਸਕਦਾ ਹੈ ਜੋ ਕਣਕ ਤੁਹਾਡੇ ਤੱਕ ਪਹੁੰਚ ਰਹੀ ਹੈ ਉਹ ਪਹੁੰਚਣ ਤੋਂ ਪਹਿਲਾਂ ਹੀ ਘੱਟ ਹੋ ਜਾਂਦੀ ਹੋਵੇ ਅਤੇ ਤੁਹਾਨੂੰ ਇਸ ਲੁੱਟ ਦੀ ਖਬਰ ਤੱਕ ਨਾ ਲੱਗਦੀ ਹੋਵੇ। ਰਿਪੋਰਟ ਦੇਖੋ। हर घर च चूल्हा बले, हर घर च खाना पके, कोई भी इंसान भुखा ना सोवे। इस लिए सरकार दे वल्लों स्कीमां तां शुरू कीतियां गईयां पर गरीबां तक इस दा लाहा पहुंचेगा उस तो पहला ही उन्हां दे निवाला खोण वाले भी अपना काम शुरू कर दिंदे ने। मामला कपूरथला दे पिंड दुर्गापुर दा है जिथे डिपू होल्डर लोकां नूं अनाज देण पहुंचे। लोकां दे विच कणक वंडी गई पर जदों घर जाके उस नूं तोलिया गया तां हर बैग चों तकरीबन 5 ਤੋਂ 6 किलो कणक घट सी। मतलब 30 किलो दे बैग दे विच सिर्फ 24 ਤੋਂ 25 किलो अनाज ही सी। ਅਤੇ सिर्फ इस बार नहीं, इल्जाम ने कि हर बार गरीबां दे निवाले उत्ते इसे तरह डाका मारिया जांदा है। ਇੱਥੇ ਨਾ ਕਣਕ ਵੰਡ ਹੋ ਰਹੀ ਸੀ ਜੋ ਸਰਕਾਰ ਵੱਲੋਂ ਦਿੱਤੀ ਜਾਂਦੀ ਜੀ ਗਰੀਬ ਪਰਿਵਾਰਾਂ ਨੂੰ ਤੇ ਇਹਦੇ ਵਿੱਚ ਇੱਥੇ ਨਾ ਪਤਾ ਲੱਗਿਆ ਵੀ ਹਰ ਬੋਰੇ ਤੋਂ 5 ਤੋਂ 6 ਕਿਲੋ ਕਣਕ ਘੱਟ ਨਿਕਲੀ ਹੈ ਜੀ। ਤੇ ਅੱਜ ਇਹ ਮੌਕੇ ਤੇ ਫੜੇ ਗਏ ਆ ਬੰਦੇ ਇਹ ਜਿਹੜੇ ਟੋਟਲ ਬੋਰੇ ਸਾਰੇ ਤੋਲ ਕੇ ਵੇਖੇ ਜੀ। ਲੋਕਾਂ ਦੇ ਘਰਾਂ ਤੋਂ ਵਾਪਸ ਆਏ ਬੋਰੇ ਵੀ ਤੁਸੀਂ ਦੇਖੇ ਹੋਣੇ ਆ ਤੇ ਉਹ ਸਾਰਿਆਂ ਦੇ ਵਿੱਚੋਂ ਕਿਸੇ ਤੋਂ 5 ਕਿਲੋ 6 ਕਿਲੋ 7 ਕਿਲੋ ਤੱਕ ਘੱਟ ਨਿਕਲੀ ਹੈ ਜੀ। 30 ਕਿਲੋ ਕਣਕ ਦਿੱਤੀ ਜਾਣੀ ਸੀ ਜਿਹੜੀ 25 ਕਿਲੋ ਭਾਜੀ ਇਹਨਾਂ ਨੇ ਬੰਬੂ ਮਾਰ ਕੇ 5 ਕਿਲੋ ਕੱਢੀ ਸੀ ਵਿੱਚੋਂ। ਤੇ ਭਾਜੀ ਮੈਂ ਨਾ ਪਰਚੀ ਲੈ ਕੇ ਆਇਆ ਵਾਂ, ਮੂਹਰਿਓਂ ਕਣਕ ਚੁਕਾਉਂਦੇ ਸੀ ਇਹ ਭਾਜੀ ਹੁਣੀ ਜਿਹੜੇ ਭਾਜੀ ਨੂੰ ਕਣਕ ਲੈ ਕੇ ਆਇਆ। ਇਹਨਾਂ ਨੇ ਨਾ ਮੈਂ ਇਹਨਾਂ ਦੇ ਕੋਲ ਖੜਾ ਤੇ ਇਹਨਾਂ ਨੇ ਮੂਹਰਿਓਂ ਬੰਦ ਕਰਾਤੀ ਜਿਹੜੀ ਪੂਰੀ ਸੀਗੀ। ਇਹ ਕਹਿੰਦੇ ਪਿੱਛੇ ਜਿਹਦੇ ਚ ਬੰਬੂ ਮਾਰਿਆ ਹੋਇਆ ਉਹ ਦਿਓ ਹੁਣ। ਇਹਨਾਂ ਨੇ ਆਪ ਉਹਨਾਂ ਨੂੰ ਕਿਹਾ ਜਿਹੜੇ
ਇਹਦੇ ਦਿੰਦੇ ਸੀਗੇ ਕਣਕ। ਜਿਹੜੇ ਡੀਪੂ ਹੋਲਡਰ ਉਹ ਹਾਂਜੀ ਹਾਂਜੀ, ਤੁਹਾਡੇ ਕਹਿਣ ਮਤਲਬ ਉਹਨਾਂ ਨੇ ਕੱਢੀ ਹੈ? ਉਹਨਾਂ ਨੇ ਭਾਜੀ ਕਢਾਈ ਹੈ। ਇਸ ਵਾਰ ਦੀ ਇਹ ਧੋਖਾਧੜੀ ਪਕੜੀ ਗਈ ਅਤੇ ਡਿਪੂ ਹੋਲਡਰ ਨੂੰ ਅਨਾਜ ਪੂਰਾ ਕਰਨਾ ਪਿਆ। ਕਿਸੇ ਵਿੱਚ 3 ਕਿਸੇ ਕਿਲੋ, ਕਿਸੇ ਦੇ ਵਿੱਚ 4 ਕਿਲੋ, ਕਿਸੇ 'ਚ 5 ਕਿਲੋ, ਕਿਸੇ 'ਚ 6 ਕਿਲੋ ਵੀ ਯਾਨੀ ਕਿ ਬੰਬੂ ਮਾਰ ਕੇ ਕੱਢੀ ਗਈ ਕਣਕ ਜਿਹੜੀ ਕੱਢੀ ਹੋਈ ਆ ਗੱਡੀ ਦੇ ਵਿੱਚ ਉਦਾਂ ਢੇਰੀ ਪਈ ਆ। ਯਾਨੀ ਕਿ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਇਹ ਕਣਕ ਗਰੀਬ ਲੋਕਾਂ ਨੂੰ, ਜਿਹੜੇ ਵਿਚਾਰੇ ਆਪ ਪਹਿਲਾਂ ਗਰੀਬੀ ਦੇ ਮਾਰੇ ਹੋਏ, ਉਹਨਾਂ ਦੇ ਨਾਲ ਹੋਰ ਧੱਕਾ ਕਰ ਰਹੇ ਸੀਗੇ ਤੇ ਜਿਹੜੇ ਮੌਕੇ ਦੇ ਉੱਤੇ ਸਾਡੇ ਪਿੰਡ ਦੇ ਵਸਨੀਕਾਂ ਨੇ ਫੜ ਲਿਆ। ਅਸੀਂ ਕਹਿੰਦੇ ਇਹਨਾਂ ਦੇ ਵਿਰੁੱਧ ਜੋ ਵੀ ਕਾਰਵਾਈ ਕਾਨੂੰਨੀ ਬਣਦੀ ਹੋਵੇ। ਕੌਣ ਰਿਹਾ ਇਹ? ਜਦੋਂ ਮੈਂ ਪਹੁੰਚਿਆ ਮੈਨੂੰ ਫੋਨ ਕਰਕੇ ਸੱਦਿਆ ਗਿਆ ਤੇ 2 ਬੰਦੇ ਇੱਥੇ ਫੜ ਰਹੇ ਤੇ, ਲੇਕਿਨ ਇਹ ਜੋ ਕੁਝ ਵੀ ਹੋ ਰਿਹਾ ਡਿਪੂ ਹੋਲਡਰ ਦੀ ਰਜਾਮੰਦੀ ਬਗੈਰ ਨਹੀਂ ਹੋ ਸਕਦਾ, ਉਹ ਇਹਦੇ ਵਿੱਚ ਇਨਵੋਲਵ ਆ। ਹਾਲਾਂਕਿ ਚੋਰੀ ਫੜੇ ਜਾਣ ਤੋਂ ਬਾਅਦ ਕਣਕ ਲੈ ਕੇ ਆਏ ਮਜ਼ਦੂਰਾਂ ਨੇ ਮੰਨਿਆ ਕਿ ਉਹ ਰਾਹ ਦੇ ਵਿੱਚ ਚੋਰੀ ਕਰਦੇ ਨੇ ਅਤੇ ਡਿਪੂ ਹੋਲਡਰ ਨੇ ਵੀ ਸਾਰਾ ਠੀਕਰਾ ਮਜ਼ਦੂਰਾਂ ਦੇ ਉੱਤੇ ਹੀ ਭੰਨ ਦਿੱਤਾ। ਅਸੀਂ ਤਾਂ ਕਿਲੋ ਅੱਧਾ ਕਿਲੋ ਕੱਢੀ ਸਾਰੇ ਪਿੱਛੋਂ ਹੀ ਕਰਕੇ ਆਉਂਦੀ ਕਿ ਸਾਨੂੰ ਨਹੀਂ ਪਤਾ ਕੁਝ। 900 ਬੋਰਾ ਸੀ, 900 ਬੋਰਾ ਸੀ, 800 ਬੋਰਾ, 900 ਬੋਰਾ। ਤੁਸੀਂ ਹਰੇਕ ਬੋਰੇ ਚ ਕੱਢ ਰਹੇ ਹੋ? ਹਾਂਜੀ। ਮੈਂ ਜਦੋਂ ਆਇਆ ਨਾ ਅੰਦਰੋਂ, ਮੈਨੂੰ ਆਇਆ ਇਹਨਾਂ ਨੇ ਭਾਜੀ ਹੁਣਾਂ ਨੇ ਕਿਹਾ ਵੀ ਮੇਰੀ 25 ਕਿਲੋ ਕਣਕ ਨਿਕਲੀ ਆ। ਮੈਂ ਕਿਹਾ ਭਾਜੀ ਲਿਓ ਆਪਾਂ ਤੋਲ ਲੈਂਦੇ ਆ, ਕੋਈ ਗੱਲ ਨਹੀਂ, ਕੰਡਾ ਲਿਆ ਕੇ ਤੋਲ ਲੈਂਦੇ ਆ, ਠੀਕ ਆ ਨਾ। ਮੈਂ ਕਿਹਾ ਤੋਲ। ਇਹ ਭਾਜੀ ਟਰੱਕ 'ਚ ਚੜੇ ਆ, ਇਹਨਾਂ ਨੇ, ਸਹੀ ਗੱਲ ਮੈਂ ਇਹਨਾਂ ਦੇ ਨਾਲ ਹੀ ਹਾਂ, ਟਰੱਕ 'ਚ ਚੜਿਆ, ਕਹਿੰਦਾ ਭਾਜੀ ਆ ਦੇਖੋ, ਮੈਂ ਇਹਨਾਂ ਨੂੰ ਨਾ ਪਿੱਛੇ ਬੰਬੂ ਲਾਉਂਦੇ ਦੇਖਿਆ। ਮੈਂ ਹਸੈਨਪੁਰ ਵੰਡ ਕੇ ਆਇਆ, ਮੈਂ ਹਸੈਨਪੁਰ ਵੰਡਦਾ ਨਾ ਪਹਿਲਾਂ ਆ ਗਿਆ 15-20 ਮਿੰਟ ਇਹਨਾਂ ਕੋਲ। ਮੈਂ ਕਾਰ ਤੇ ਪਹੁੰਚਿਆ, ਮੈਂ ਕਾਰ ਤੇ ਆਇਆ ਕਿ ਤੁਸੀਂ ਮੇਰੇ ਮਗਰੇ ਆ ਜਾਓ। ਮੈਂ ਟਰੱਕ ਡਰਾਈਵਰ ਨੂੰ ਫੋਨ ਵੀ ਕੀਤਾ 2 ਵਾਰੀ ਕਿ ਤੂੰ ਕਿੱਥੇ ਰਹਿ ਗਿਆ, ਕਹਿੰਦਾ ਆ ਰਹੇ ਭਾਜੀ 2 ਮਿੰਟ 'ਚ ਆ ਰਹੇ ਬਸ। ਮਾਰ ਕੇ ਮੈਂ ਬਾਹਰ ਨਿਕਲ ਕੇ ਦੇਖਿਆ ਤੇ ਆਂਦਾ ਪਿਆ ਸੀ। ਉਨੀ ਦੇਰ 'ਚ ਜਾਨੀ ਕਿ ਇਹਨਾਂ ਨੇ ਉਹੀ ਕੰਮ ਕਰ ਲਿਆ। ਗਰੀਬਾਂ ਨੂੰ 2 ਵਕਤ ਦਾ ਖਾਣਾ ਵੀ ਬਹੁਤ ਮੁਸ਼ਕਿਲ ਨਾਲ ਨਸੀਬ ਹੁੰਦਾ ਹੈ ਅਤੇ ਸਰਕਾਰੀ ਯੋਜਨਾਵਾਂ ਦਾ ਜੋ ਲਾਭ ਉਹਨਾਂ ਨੂੰ ਮਿਲਣਾ ਚਾਹੀਦਾ ਹੈ, ਉਸ ਉੱਤੇ ਅਜਿਹੇ ਲੋਕ ਪਹਿਲਾਂ ਤੋਂ ਹੀ ਗੱਦੀਆਂ ਨਜ਼ਰਾਂ ਲਗਾ ਕੇ ਬੈਠੇ ਰਹਿੰਦੇ ਨੇ। ਜਗਜੀਤ ਅੰਜੂ, ਨਿਊਜ਼ 18 ਕਪੂਰਥਲਾ। ਹੁਣ ਖਬਰ ਗੜਸ਼ੰਕਰ ਤੋਂ। ਗੜਸ਼ੰਕਰ ਦੇ ਵਿੱਚ ਇੱਕ ਜ਼ਮੀਨ ਖਰੀਦਣ ਦੇ ਮਾਮਲੇ 'ਚ ਠੱਗੀ ਹੋਣ ਦੀ ਗੱਲ ਸਾਹਮਣੇ ਆਈ ਹੈ। ਦਿਲਚਸਪ ਗੱਲ ਇਹ ਹੈ ਕਿ ਇਲਜ਼ਾਮਾਂ ਦੇ ਘੇਰੇ 'ਚ ਇੱਕ ਮਹਿਲਾ ਕਾਂਗਰਸੀ ਲੀਡਰ ਦਾ ਨਾਮ ਵੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਤੇ ਕਾਰਵਾਈ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਗੜਸ਼ੰਕਰ ਅਤੇ ਆਸ-ਪਾਸ ਦੇ ਨਜ਼ਦੀਕੀ ਪਿੰਡਾਂ 'ਚ ਕੰਪਨੀ ਦੇ ਵੱਲੋਂ ਖਰੀਦੀ ਜ਼ਮੀਨ ਅੱਗੇ ਇੱਕ ਹੋਰ ਕੰਪਨੀ ਨੂੰ ਵੇਚਣ ਤੋਂ ਬਾਅਦ ਇੱਕ ਵਿਵਾਦ ਖੜਾ ਹੋ ਗਿਆ ਹੈ। ਇਸੇ ਮਸਲੇ ਤੇ ਇੱਕ ਸ਼ਿਕਾਇਤ ਤੇ ਅਬੋਹਰ ਦੇ ਥਾਣਾ ਸਿਟੀ ਪੁਲਿਸ ਨੇ ਕਈ ਸੰਗੀਨ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਨੇਚਰ ਹਾਈਟਸ ਕੰਪਨੀ ਦੀ ਮਾਲਕਣ ਆਸ਼ਾ ਰਾਣੀ ਨੀਰਜ ਅਰੋੜਾ ਦੀ ਜੋ ਪਤਨੀ ਹੈ, ਉਸਨੇ ਜ਼ਿਲ੍ਹਾ ਪੁਲਿਸ ਮੁਖੀ ਫਾਜ਼ਿਲਕਾ ਦੇ ਕੋਲ ਕੁਝ ਵਿਅਕਤੀਆਂ ਦੇ ਵਿਰੁੱਧ ਠੱਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੇ ਪੁਲਿਸ ਦੇ ਵੱਲੋਂ ਜਾਂਚ ਕਰਦਿਆਂ ਹੋਇਆਂ ਕੁਝ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਪਰਚੇ ਦੇ ਦਰਜ ਹੋਣ ਤੋਂ ਬਾਅਦ ਕਾਂਗਰਸ ਦੀ ਸੀਨੀਅਰ ਆਗੂ ਨਿਮਿਸ਼ਾ ਵੀ ਮੀਡੀਆ ਦੇ ਸਾਹਮਣੇ ਆਏ ਅਤੇ ਕਿਹਾ ਕਿ ਉਹ ਉੱਚ ਅਹੁਦੇ ਤੇ ਤੈਨਾਤ ਕਾਂਗਰਸ ਪਾਰਟੀ ਦੀ ਮਹਿਲਾ ਆਗੂ ਤੇ ਪਰਚਾ ਦਰਜ ਹੋਣਾ ਕਾਂਗਰਸ ਪਾਰਟੀ ਦੇ ਲਈ ਸ਼ਰਮ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਮਾਮਲੇ ਦੀ ਜਾਂਚ ਪੂਰੀ ਨਹੀਂ ਹੁੰਦੀ, ਉਸ ਵੇਲੇ ਤੱਕ ਬੀਬੀ ਰਣਜੀਤ ਕੌਰ ਨੂੰ ਨੈਤਿਕਤਾ ਦੇ ਆਧਾਰ ਤੇ ਨਗਰ ਪੰਚਾਇਤ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਜੋ ਜਾਣਕਾਰੀ ਮਿਲੀ ਹੈ ਔਰ ਜੋ ਡਾਕੂਮੈਂਟ ਇਸ ਵੇਲੇ ਘੁੰਮ ਰਿਹਾ ਹੈ, ਇੱਕ FIR ਹੈ ਬੀਬੀ ਰਣਜੀਤ ਕੌਰ ਉਹਨਾਂ ਦੇ ਉੱਤੇ, ਜਿਹੜੀ ਕਿ ਸਾਡੀ ਮਾਲਪੁਰ ਕਮੇਟੀ ਦੀ ਪ੍ਰਧਾਨ ਹੈ। ਉਹਨਾਂ ਦੇ ਉੱਤੇ ਬੜੀਆਂ ਸੰਗੀਨ ਧਾਰਾਵਾਂ ਲੱਗੀਆਂ, ਜਿਹੜਾ ਕਿ ਧੋਖਾਧੜੀ, ਠੱਗੀ ਮਾਰਨਾ ਔਰ ਵੱਡਾ ਗਬਨ ਇਹਨਾਂ ਨੇ ਜਿਹੜਾ ਪੈਸਿਆਂ ਦਾ ਕੀਤਾ ਹੈ। ਔਰ ਇਸ FIR ਦੇ ਮੁਤਾਬਿਕ ਇਹਨਾਂ ਦੇ ਉੱਤੇ ਜੋ ਇਹ ਸੰਗੀਨ ਪਰਚਾ ਹੋਇਆ ਹੈ, ਬੜੀ ਸ਼ਰਮ ਦੀ ਗੱਲ ਹੈ ਸਾਡੀ ਕਾਂਗਰਸ ਪਾਰਟੀ ਵਾਸਤੇ। ਔਰ ਮੈਨੂੰ ਜ਼ਰੂਰ ਇਹ ਲੱਗਦਾ ਹੈਗਾ ਕਿ ਇਹਨਾਂ ਨੂੰ, ਬੀਬੀ ਰਣਜੀਤ ਕੌਰ ਨੂੰ, ਅਸੀਂ ਸਾਰਿਆਂ ਦੀ ਸਾਡੀ ਇੱਕ ਮੰਗ ਹੈ ਕਿ ਇਹਨਾਂ ਨੂੰ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। ਦੂਜੇ ਪਾਸੇ ਜਦੋਂ ਇਸ ਪੂਰੇ ਮਾਮਲੇ ਸੰਬੰਧੀ ਨਗਰ ਪੰਚਾਇਤ ਦੀ ਪ੍ਰਧਾਨ ਰਣਜੀਤ ਕੌਰ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਰਘੁਵੀਰ ਸਿੰਘ ਅਕਸਰ ਵਿਦੇਸ਼ ਆਉਂਦੇ ਜਾਂਦੇ ਸੀ, ਉਹਨਾਂ ਨੂੰ ਪਾਵਰ ਆਫ ਅਟਰਨੀ ਦੇ ਜਾਂਦੇ ਸਨ। ਉਹਨਾਂ ਮੁਤਾਬਕ ਇਸ ਮਾਮਲੇ ਦੀ ਪੜਤਾਲ ਦੇ ਲਈ ਉਹਨਾਂ ਦੇ ਵੱਲੋਂ ਅਰਜ਼ੀ ਲਗਾਈ ਗਈ ਹੈ ਤੇ ਉਹਨਾਂ ਨੂੰ ਅਦਾਲਤ ਤੇ ਪੂਰਾ ਭਰੋਸਾ ਹੈ। ਮਾਮਲਾ ਇਹ ਹੈ ਸਰ ਵੀ ਮੇਰੇ ਫਾਦਰ ਸਾਹਿਬ ਹੈਗੇ ਆ NRI, ਉਹ ਅਕਸਰ ਬਾਹਰ ਆਉਂਦੇ ਜਾਂਦੇ ਰਹਿੰਦੇ ਆ ਤੇ ਜਦੋਂ ਵੀ ਉਹਨਾਂ ਨੇ ਜਾਣਾ ਹੁੰਦਾ ਪਾਵਰ ਆਫ ਅਟਾਰਨੀ ਮੈਨੂੰ ਦੇ ਜਾਂਦੇ ਆ ਤੇ ਤਾਂ ਕਿ ਪਿੱਛੇ ਉਹਨਾਂ ਦਾ ਕੰਮ ਦੇਖ ਸਕੀਏ।
ਇਸ ਵਾਰ ਵੀ ਉਹ ਮੈਨੂੰ ਦੇ ਗਏ ਸੀ ਤੇ ਖਾਲੀ ਵੀ ਮੇਰੇ ਕੋਲ ਹੀ ਆ ਉਹਨਾਂ ਦੀ ਪਾਵਰ ਆਫ ਅਟਾਰਨੀ। ਇਹ ਪਾਵਰ ਆਫ ਅਟਾਰਨੀ ਦੇ ਉੱਤੇ ਹੋਇਆ ਤੇ ਘਰ ਬੈਠਿਆਂ ਤੇ ਮੇਰੇ ਉੱਤੇ ਪਰਚਾ ਹੋ ਗਿਆ ਆ ਤੇ ਉਹਦੀ ਇਨਕੁਆਇਰੀ ਅਸੀਂ ਪਾਈ ਹੋਈ ਆ ਪੁਲਿਸ ਦੇ ਉੱਚ ਅਫਸਰਾਂ ਕੋਲ, ਅਦਾਲਤ ਦੇ ਵਿੱਚ ਵੀ ਚੱਲ ਰਹੀ ਆ ਤੇ ਸਾਨੂੰ ਪੂਰਾ ਭਰੋਸਾ ਹੈ ਆਪਣੀ ਕਾਨੂੰਨ ਤੇ ਵਿਵਸਥਾ ਤੇ। ਤੇ ਜਦੋਂ ਉਹਨਾਂ ਨੂੰ ਅਸਤੀਫਾ ਦੇਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦੇ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਮਸਲੇ ਤੋਂ ਬਾਅਦ ਸਿਆਸਤ ਵੀ ਭਖੀ ਹੋਈ ਹੈ। ਅਕਾਲੀ ਆਗੂ ਸੁਰਿੰਦਰ ਸਿੰਘ ਭੁੱਲੇ ਰਾਠਾ ਨੇ ਕਿਹਾ ਕਿ ਉਹਨਾਂ ਨੂੰ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਤੇ ਜੇਕਰ ਮਹਿਲਾ ਆਗੂ ਤੇ ਇਸ ਤਰ੍ਹਾਂ ਦਾ ਕੋਈ ਪਰਚਾ ਦਰਜ ਹੋਇਆ ਹੈ ਤਾਂ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਜੇ ਕੋਈ ਪਰਚਾ ਦਰਜ ਹੋਇਆ ਤੇ ਉਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ। ਦੁੱਧ ਦਾ ਪਾਣੀ ਦਾ ਪਾਣੀ ਸਾਹਮਣੇ ਆਉਣਾ ਜ਼ਰੂਰ ਚਾਹੀਦਾ। ਜੇ ਦੋਸ਼ ਸਾਬਤ ਹੋ ਗਏ ਫਿਰ ਤਾਂ ਆਪਣੇ ਆਪ ਹੀ ਅਸਤੀਫਾ ਦੇ ਦੇਣਾ ਚਾਹੀਦਾ। बहरहाल मामला कानूनी है, पुलिस जांच कर रही है। जांच तो बाद ही सब कुछ साफ हो सकेगा। गढ़शंकर तो संजीव कुमार, न्यूज़ 18 पंजाब। खबर जो मुद्दा बने दे विच अज दे लई इन्ना ही। मुलाकात फिर होएगी। फिलहाल दे लई इजाजत दिओ। धन्नवाद।